श्री वाहेगुरु साहिब जी। मेरा मन राता गुण रवै, मन पावै सोई। गुर की पौड़ी साच की, सचा सुख होई। सो कहूटन गुर सेवियै, अहन सै सुवाय। दर्शन परसै गुरु कै, जन्म मरण दुख जाय। होवै सिफत खसम दी, नूर अरसों कुरसों झटियै। तुध डिठे सच्चे पातशाह, मल जन्म जन्म दी कटियै। सतनाम श्री वाहेगुरु साहिब जी। राग सूही शांत महला तीजा कर दूजा। एक ओंकार सतगुर प्रसाद। सुख सुहिलड़ा हर त्यावो, गुरमुख हर फल पावो। गुरमुख फल पावो, हर नाम त्यावो। जन्म जन्म के दुख निवारे, बलहारी गुर अपने बिटहो। जिन कारज सब सवारे, हर प्रभु कृपा करे हर जपो। सुख फल हर जन पावो, नानक कहे सुनहो जन पाए। सुख सोहिलड़ा हर ध्यावो, सुन हर गुण पीने सहज सुभाए। गुरमत सहजे नाम त्याए। जिनको तुर लिखिया तिन गुर मिलिया। तिन जन्म मरण पौ भागा, अंदरों दुर्मत दूजी खोई। सो जन हर लिव लागा, जिनको कृपा कीनी मेरे स्वामी। तिन अन दिन हर गुण गाए। सुन मन कीने सहज सुभाए। जुग में राम नाम निस्तारा, गुर ते उपजै शब्द विचारा। गुर शब्द विचारा, राम नाम प्यारा। जिस कृपा करे सो पाए। सहजे गुण गावै दिन राती, किल विक सब गवाए। सब को तेरा तू सबना का, हूँ तेरा तू हमारा। जुग में राम नाम निस्तारा, साजन आए उठे कर माही। हर गुण गावे तृप्त अगाही। हर गुण गाए सदा तृप्तासी, फिर भूख न लागे आए। दह दिस पूज होवे हर जन की, जो हर नाम त्याय। नानक हर आपे जोड़ विछोड़े, हर बिन को दूजा नाहि। साजन आए उठे कर वाही। साजन आए उठे कर वाही। वाहिगुरु जी का खालसा, वाहिगुरु जी की फतेह। प्यारियों, ये जो मुबारक वचन आप जियां ने हुक्मनामा श्रवण किया है, ये हुक्मनामा धन धन साहिब श्री गुरु रामदास पातशाह जियां दे पावन पवित्र दरबार तो रामदास सरोवर नाते सब उतरे पाप कमाते
ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੇ ਦਾਨਾ। ਸਭ ਕੁਸਲ ਖੇਮ ਪ੍ਰਭ ਧਾਰੇ, ਸਹੀ ਸਲਾਮਤ ਸਭ ਥੋਕ ਉਘਾਰੇ। ਗੁਰ ਕਾ ਸ਼ਬਦ ਵਿਚਾਰੇ, ਸਾਧ ਸੰਗ ਮਨ ਲਾਥੀ। ਪਾਰ ਬ੍ਰਹਮ ਪਇਓ ਸਾਥੀ, ਜਨ ਨਾਨਕ ਨਾਮ ਧਿਆਇਆ। ਆਦਿ ਪੁਰਖ ਪ੍ਰਭ ਪਾਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਮੁਬਾਰਕ ਬਚਨ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੀ ਚਰਨਾਂ ਦੇ ਨਾਲ ਜੁੜ ਬੈਠੇ ਸਤ ਸੰਗਿਓ। ਆਪ ਜੀਆਂ ਨੇ ਜੋ ਕਿ ਪਾਵਨ ਪਵਿੱਤਰ ਬਚਨ ਸਰਵਣ ਕੀਤੇ ਹਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ 767 ਅਤੇ 768 ਅੰਗ ਤੇ ਸੁਭਾਈਮਾਨ ਹਨ। ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੋਹੀ ਰਾਗ ਦੇ ਵਿੱਚ ਜੋ ਬਖਸ਼ਿਸ਼ ਕਰ ਰਹੇ ਨੇ, ਆਓ ਸਤਿਗੁਰ ਦੀ ਮੁਬਾਰਕ ਚਰਨਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਿਗੁਰੂ ਗੁਰਦੇਵ ਪਿਤਾ ਬਜ਼ੁਰਗ ਬਾਬਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਹ ਰਹਿਣ ਸਾਡੀ ਢੋਲੀ ਦੇ ਵਿੱਚ ਸੱਚਖੰਡ ਤੋਂ ਪਾ ਰਹੇ ਨੇ। ਸਾਰੇ ਹੀ ਜੁੜਨਾ ਕਰੀਏ, ਮਨੋ ਬਿਰਤੀਆਂ ਨੂੰ ਇਕਾਗਰ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਜੁੜ ਜਾਈਏ। ਰਾਗ ਸੂਹੀ ਸ਼ੰਤ ਮਹਲਾ ਤੀਜਾ, ਘਰ ਦੂਜਾ। ਇਹ ਸ਼ਬਦ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ। ਰਾਗ ਸੂਹੀ ਦੇ ਵਿੱਚ ਸ਼ੰਤ ਇੱਕ ਛੰਦ ਦਾ ਨਾਮ ਹੈ। ਮਹਲਾ ਤੀਜਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਘਰ ਦੂਸਰੇ ਦੇ ਵਿੱਚ ਇਹ ਸ਼ਬਦ ਨੂੰ ਗਾਉਣ ਦੀ ਤਾਕੀਦ ਕਰ ਰਹੇ ਨੇ। ਰਾਗ ਸੂਹੀ ਦੇ ਵਿੱਚ ਪਾ ਕੇ ਘਰ ਦੂਸਰੇ ਦੇ ਵਿੱਚ ਗਾਉਣ ਦੀ ਤਾਕੀਦ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਇੱਕ ਹੈ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਪਿਆਰਿਓ, ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਸਾਨੂੰ ਗੁਰੂ ਦੇ ਅੱਗੇ ਆ ਕਰਕੇ ਅਰਦਾਸ ਬੇਨਤੀ ਕਰਨੀ ਪਵੇਗੀ, ਗੁਰੂ ਦੇ ਚਰਨਾਂ ਦੇ ਵਿੱਚ ਜੁੜਨਾ ਪਵੇਗਾ, ਫਿਰ ਬਖਸ਼ਿਸ਼ ਹੋਵੇਗੀ, ਗੁਰੂ ਦੀ ਬਖਸ਼ਿਸ਼ ਵਰਤ ਜਾਵੇਗੀ। ਸੁਖ ਸੁਹਿਲੜਾ ਹਰਿ ਧਿਆਵੋ, ਗੁਰਮੁਖ ਹਰ ਫਲ ਪਾਓ। ਪਿਆਰੋ, ਜਿਤਨੀ ਵੀ ਗੁਰਬਾਣੀ ਹੈ ਇਹ ਸੁਖ ਦੇਣ ਵਾਲੀ ਹੈ। ਸੁਖ ਸੁਹਿਲੜਾ ਹਰਿ ਧਿਆਵੋ, ਜਿਤਨੇ ਵੀ ਗੁਰਬਾਣੀ ਦੇ ਗੀਤ, ਗੁਰਬਾਣੀ ਦੇ ਸ਼ਬਦ ਹਨ, ਇਹ ਪਿਆਰੇ ਸੁਖ ਸੁਹਿਲੜਾ ਹੈ। ਪ੍ਰਭੂ ਦਾ ਨਾਮ ਸਾਰਾ ਸੁਖ ਦੇਣ ਵਾਲਾ ਹੀ ਹੈ। ਕਹਿੰਦੇ ਜਦੋਂ ਤੁਸੀਂ ਪ੍ਰਭੂ ਦੇ ਗੀਤ ਗਾਇਨ ਕਰੋਗੇ ਇਹ ਸੁਖ ਦੀ ਪ੍ਰਾਪਤੀ ਹੋਵੇਗੀ। ਸੁਖ ਸੁਹਿਲੜਾ ਹਰਿ ਧਿਆਵੋ, ਯਾਦ ਕਰੋਗੇ ਉਸ ਮਾਲਕ ਨੂੰ, ਫਿਰ ਸੁੱਖਾਂ ਦੀ ਪ੍ਰਾਪਤੀ ਹੋਏਗੀ। ਐ ਭਾਈ, ਜਿਹੜਾ ਵੀ ਉਸ ਮਾਲਕ ਦੀ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਉਸ ਨੂੰ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਮੁਖ ਹਰ ਫਲ ਪਾਵੋ, ਗੁਰੂ ਦਾ ਅਨੁਸਾਰੀ ਹੋ ਕੇ, ਗੁਰਮੁਖ ਉਹ ਹੈ ਜਿਹੜਾ ਗੁਰੂ ਦੇ ਅਨੁਸਾਰੀ ਹੋ ਕੇ ਚੱਲਦਾ ਹੈ ਤੇ ਉਹਨੂੰ ਹਰੀ ਦੇ ਨਾਮ ਦੀ ਫਲ ਦੀ ਪ੍ਰਾਪਤੀ ਹੁੰਦੀ ਹੈ। ਜਿਤੜੀ ਫਲ ਮਨ ਵੰਸ਼ੀ ਹੈ, ਤਿਤੜੀ ਸਤਿਗੁਰ ਪਾਸ, ਪੂਰਬ ਲਿਖੀ ਪਾਵਣੇ, ਸਚ ਨਾਮ ਦੇ ਰਾਸ, ਗੁਰਮੁਖ ਹਰ ਫਲ ਪਾਵੋ। ਗੁਰੂ ਦੇ ਬਣ ਕੇ, ਗੁਰੂ ਦੇ ਰਾਹੀ ਹਰੀ ਨਾਮ ਦਾ ਫਲ ਪ੍ਰਾਪਤ ਕਰੋ। ਗੁਰਮੁਖ ਫਲ ਪਾਵੋ, ਹਰਿ ਨਾਮ ਧਿਆਵੋ, ਜਨਮ ਜਨਮ ਕੇ ਦੁਖ ਨਿਵਾਰ। ਜਿਹੜਾ ਵੀ ਗੁਰਮੁਖ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇਗਾ, ਹਰੀ ਨਾਮ ਦਾ ਫਲ ਉਸ ਨੂੰ ਪ੍ਰਾਪਤ ਹੋਵੇਗਾ ਤੇ ਜਨਮਾਂ ਜਨਮਾਂ ਦੇ ਜਿਹੜੇ ਉਹਦੇ ਦੁੱਖ ਨੇ ਉਹ ਮੇਰਾ ਵਾਹਿਗੁਰੂ ਕੱਢ ਦੇਵੇਗਾ। ਜਨਮ ਜਨਮ ਕੇ ਦੁਖ ਨਿਵਾਰੇ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ, ਮੇਰਾ ਵੈਦ ਗੁਰੂ ਗੋਬਿੰਦਾ। ਹਰ ਹਰ ਨਾਮ ਅਵਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਸਮਰਥ ਪੁਰਖ ਪੂਰਨ ਵਿਦਾਤੇ, ਆਪੇ ਕਰਨਿਹਾਰਾ, ਆਪਣਾ ਦਾਸ ਹਰ ਆਪ ਉਵਾਰਿਆ, ਨਾਨਕ ਨਾਮ ਆਧਾਰਾ। ਜਿਹੜਾ ਵੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਂਦਾ, ਵਾਹਿਗੁਰੂ ਦੇ ਨਾਲ ਜੁੜ ਜਾਂਦਾ, ਮੇਰਾ ਵਾਹਿਗੁਰੂ ਉਹਦੇ ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ ਕਰਮ ਦੁੱਖ ਸਾਰੇ ਦੂਰ ਕਰ ਦਿੰਦਾ। ਦੁੱਖ ਪਰ ਹਰ
ਸੁਖ ਘਰ ਲੈ ਜਾਏ। ਜਿਹੜਾ ਵੀ ਗੁਰੂ ਦੇ ਚਰਨਾਂ ਦੇ ਵਿੱਚ ਆ ਗਿਆ ਪਿਆਰਿਓ, ਵਾਹਿਗੁਰੂ ਕਹਿੰਦਾ ਤੂੰ ਮੇਰੇ ਦਰ ਤੇ ਆ, ਦੁੱਖ ਸਾਰੇ ਆਪਣੇ ਇੱਥੇ ਛੱਡ ਜਾ ਤੇ ਸੁਖ ਲੈ ਕੇ ਇੱਥੋਂ ਚਲਿਆ ਜਾ। ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰੂ ਦੇ ਦਰ ਤੇ ਆਉਣ ਦਾ ਇਹੋ ਫਾਇਦਾ ਹੈ ਕਿ ਗੁਰੂ ਬਖਸ਼ਿਸ਼ ਏਡੀ ਵੱਡੀ ਕਰ ਦਿੰਦਾ, ਜਨਮਾਂ ਜਨਮਾਂ ਦੇ ਸਾਡੇ ਦੁੱਖ ਜਿਹੜੇ ਹੈ ਉਹ ਕੱਢ ਦਿੰਦਾ। ਬਲਹਾਰੀ ਗੁਰ ਆਪਣੇ ਵਿਟੋ, ਜਿਨ ਕਾਰਜ ਸਭ ਸਵਾਰੇ। ਵਾਹਿਗੁਰੂ ਤੋਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਬਲਹਾਰੀ ਹੋਣਾ ਚਾਹੀਦਾ। ਬਲਹਾਰੀ ਗੁਰ ਆਪਣੇ ਵਿਟੋ, ਜਿਨ ਕਾਰਜ ਸਭ ਸਵਾਰੇ। ਕਿਹੜੀ ਕਾਰਜ ਸਵਾਰ ਦਿੱਤੇ? ਲੋਕ ਦੇ ਕਾਰਜ ਵੀ ਸਾਰੇ ਸਵਾਰ ਦਿੱਤੇ ਤੇ ਪਰਲੋਕ ਦੇ ਵੀ ਸਾਰੇ ਕਾਰਜ ਸਵਾਰ ਦਿੱਤੇ। ਜਿਹੜਾ ਵੀ ਪਰਮੇਸ਼ਰ ਦੇ ਨਾਲ ਜੁੜ ਗਿਆ ਉਹਦਾ ਲੋਕ ਵੀ ਸੁਖੀਆ ਹੋ ਗਿਆ ਤੇ ਉਹਦਾ ਪਰਲੋਕ ਵੀ ਸੁਖੀਆ ਹੋ ਗਿਆ। ਇੱਥੇ ਦੇ ਕਾਰਜ ਵੀ ਸਾਰੇ ਉਸਦੇ ਸਿੱਧ ਹੋ ਗਏ ਤੇ ਪਰਲੋਕ ਦਾ ਕਾਰਜ ਵੀ ਉਸਦਾ ਸਵਰ ਗਿਆ। ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਸੁਖ ਫਲ ਹਰ ਜਨ ਪਾਵੋ। ਵਾਹਿਗੁਰੂ ਕਿਰਪਾ ਕਰਦਾ ਹੈ ਪਿਆਰਿਓ। ਜਿਹੜਾ ਵੀ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਉਸੇ ਤੇ ਹੀ ਕਿਰਪਾ, ਉਸੇ ਛਿਨ ਦੇ ਵਿੱਚ ਹੀ ਮਾਲਕ ਕਿਰਪਾ ਕਰ ਦਿੰਦਾ। ਹਰ ਪ੍ਰਭ ਕਿਰਪਾ ਕਰੀ ਹਰ ਜਾਪੋ, ਉਸ ਪਰਮੇਸ਼ਰ ਦਾ ਨਾਮ ਜਪਣਾ ਕਰੋ। ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਏ ਹਰ ਪੁਰਖ ਨਰੰਜਨਾ, ਜੈ ਹਰ ਸਿਮਰਨ ਪਿਆ ਤਹਿ ਉਪਾਦ ਗਤ ਕੀਨੀ। ਵਡ ਭਾਗੀ ਹਰ ਜਪਨਾ, ਜਨ ਨਾਨਕ ਕੋ ਗੁਰ ਈਮਤ ਦੀਨੀ। ਜਪ ਹਰ ਪਵਜਲ ਤਰਨਾ। ਵਾਹਿਗੁਰੂ ਦੇ ਨਾਮ ਦੇ ਨਾਲ ਸੰਸਾਰ ਸਮੁੰਦਰ ਤੋਂ ਸੌਖਿਆਂ ਪਾਰ ਹੋ ਜਾਈਦਾ। ਵਾਹਿਗੁਰੂ ਦੇ ਨਾਮ ਦੇ ਨਾਲ ਹੀ ਜੁੜ ਕੇ ਜਿਸ ਦਾ ਵੀ ਪਾਰ ਉਤਾਰਾ ਹੋਇਆ ਉਸ ਮਾਲਕ ਦੇ ਨਾਮ ਦੇ ਨਾਲ ਹੀ ਹੋਇਆ। ਨਾਨਕ ਕਹੈ ਸੁਣੋ ਜਨ ਭਾਈ, ਸੁਖ ਸੋਹਿਲੜਾ ਹਰਿ ਧਿਆਉ। ਤੀਸਰੇ ਨਾਲ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਐ ਭਾਈ ਉਹ ਜਿਹੜਾ ਸੁਖ ਦੇਣ ਵਾਲਾ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਧਿਆਉਣਾ ਕਰੋ, ਉਸ ਨੂੰ ਯਾਦ ਕਰੋ। ਉਹ ਵਾਹਿਗੁਰੂ ਤੁਹਾਨੂੰ ਸੁਖ ਦੇਵੇਗਾ। ਇਹਦੇ ਵਿੱਚ ਕੋਈ ਗੁੰਜਾਇਸ਼ ਨਹੀਂ। ਜਿਹੜਾ ਵੀ ਜੁੜ ਗਿਆ ਪਰਮੇਸ਼ਰ ਦੇ ਚਰਨਾਂ ਦੇ ਨਾਲ, ਵਾਹਿਗੁਰੂ ਉਸੇ ਤੇ ਸੁੱਖਾਂ ਦੀ ਬਖਸ਼ਿਸ਼ ਕਰ ਦੇਵੇਗਾ। ਇਹਦੇ ਇੱਕ ਵਾਰੀ ਉਸ ਨੂੰ ਧਿਆਉਣਾ ਤੇ ਕਰੋ, ਉਸ ਨੂੰ ਯਾਦ ਤੇ ਕਰੋ। ਸੁਣ ਹਰਿ ਗੁਣ ਪੀਨੇ ਸਹਿਜ ਸੁਭਾਇ। ਜਿਹੜਾ ਵੀ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਪਿਆਰਿਓ, ਉਹ ਭਿੱਜ ਜਾਂਦਾ ਪ੍ਰੇਮ ਦੇ ਵਿੱਚ। ਉਹਨੂੰ ਪ੍ਰੇਮ ਦਾ ਰੰਗ ਚੜ ਜਾਂਦਾ, ਜਿਸ ਨੂੰ ਅਣਿਆਲੇ ਤੀਰ ਵੱਜ ਜਾਂਦੇ ਨੇ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਜਿਸ ਲਾਗੇ ਪੀਰ ਪਰਮ ਕੀ, ਸੋ ਜਾਣੇ ਜਰੀਆ। ਜੀਵਨ ਮੁਕਤ ਸੋ ਆਖੀਐ ਮਰ ਜੀਵੇ ਮਰੀਆ। ਜਿਹੜਾ ਵੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਗਿਆ ਉਸ ਨੂੰ ਪਿਆਰ ਬਣ ਜਾਣਾ, ਉਸ ਨੂੰ ਪਿਆਰ ਬਣ ਜਾਵੇਗਾ। ਆਸ ਤੇ ਕਰਕੇ ਪਹਿਲਾਂ ਔਖਾ ਲੱਗੇਗਾ ਪਿਆਰੂ ਮਨ ਨੂੰ ਜੋੜਨ ਵਾਸਤੇ। ਜਦੋਂ ਮਨ ਜੁੜ ਗਿਆ ਫਿਰ ਮਨ ਭਿੱਜ ਜਾਵੇਗਾ, ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗਿਆ ਜਾਏਗਾ। ਐ ਸੁਣ ਹਰ ਗੁਣ ਭੀਨੇ ਸਹਿਜ ਸੁਭਾਏ। ਆਤਮਿਕ ਆਨੰਦ ਦੇ ਵਿੱਚ ਟਿਕ ਜਾਵੇਗਾ ਜਦੋਂ, ਤੇ ਤੈਨੂੰ ਆਨੰਦ ਆਵੇਗਾ, ਤੈਨੂੰ ਰਸ ਆਉਣਾ ਸ਼ੁਰੂ ਹੋ ਜਾਵੇਗਾ। ਗੁਰਮਤਿ ਸਹਜੇ ਨਾਮ ਧਿਆਏ। ਤੇ ਕਰਨਾ ਕੀ ਹੈ? ਗੁਰੂ ਦੀ ਮੱਤ ਲੈ ਕੇ ਪਰਮੇਸ਼ਰ ਦਾ ਨਾਮ ਧਿਆਉਣਾ ਹੈ। ਹਰ ਕਾ ਨਾਮ ਧਿਆਏ ਕੈ, ਉਹ ਹਰਿਆ ਭਾਈ। ਕਰਮ ਲਖੰਤੀ ਪਾਈਐ, ਇਹ ਰੁੱਤ ਸੁਹਾਈ। ਵਣ ਤ੍ਰਣ ਤ੍ਰਿਪੁਲ ਮੋਲਿਆ, ਅੰਮ੍ਰਿਤ ਫਲ ਪਾਈ। ਮਿਲ ਸਾਧੂ ਸੁਖ ਉਪਜੇ, ਲੱਥੀ ਸਭ ਛਾਈ। ਨਾਨਕ ਸਿਮਰੈ ਏਕ ਨਾਮ, ਫਿਰ ਬਉੜ ਨ ਤਾਈ। ਜਿਹੜਾ ਵੀ ਪਰਮੇਸ਼ਰ ਦੀ ਮੱਤ ਲੈ ਕੇ, ਗੁਰੂ ਦੀ ਮੱਤ ਲੈ ਕੇ ਪਿਆਰੀ ਉਸ ਮਾਲਕ ਦੇ ਨਾਲ ਜੁੜੇਗਾ। ਗੁਰਮਤਿ ਸਹਜੇ ਨਾਮ ਧਿਆਏ। ਗੁਰੂ ਦੀ ਮੱਤ ਲੈ ਕੇ ਆਤਮਿਕ ਆਨੰਦ ਦੇ ਵਿੱਚ ਟਿਕ ਕਰਕੇ ਉਸ ਮਾਲਕ ਦਾ ਨਾਮ ਧਿਆਉਣਾ ਕਰੋ। ਜਿਨ ਕੋ ਤੁਰ ਲਿਖਿਆ ਤਿਨ ਗੁਰ ਮਿਲਿਆ,
ਤਿਨ ਜਨਮ ਮਰਨ ਭਉ ਭਾਗਾ। ਜਿਨ ਕੋ ਧੁਰ ਲਿਖਿਆ, ਜਿਨ੍ਹਾਂ ਨੂੰ ਪਰਮੇਸ਼ਰ ਨੇ ਧੁਰ ਦਰਗਾਹੋਂ ਹੀ ਪਿਆਰਿਓ ਮੱਥੇ ਦੇ ਵਿੱਚ ਲਿਖ ਕੇ ਪਾ ਦਿੱਤਾ। ਤਿੰਨ ਗੁਰ ਮਿਲਿਆ, ਉਹਨਾਂ ਨੂੰ ਗੁਰੂ ਦਾ ਮਿਲਾਪ ਹੋ ਗਿਆ। ਉਹ ਗੁਰੂ ਦੇ ਦਰ ਤੇ ਪਿਆਰਿਓ ਅੰਮ੍ਰਿਤ ਵੇਲੇ ਉੱਠ ਕਰਕੇ ਉਹਨਾਂ ਦੇ ਮਨ ਦੇ ਵਿੱਚ ਤੜਫ ਬਣ ਜਾਂਦੀ ਹੈ ਕਿ ਗੁਰੂ ਦੇ ਦਰਸ਼ਨ ਜਾ ਕੇ ਕਰੀਏ। ਤਿੰਨ ਗੁਰੂ ਮਿਲਿਆ, ਤਿੰਨ ਜਨਮ ਮਰਨ ਭਉ ਭਾਗਾ, ਤੇ ਉਹਨਾਂ ਦਾ ਜਿਹੜਾ ਜੰਮਣ ਮਰਨ ਦਾ ਦੁੱਖ ਸੀ ਨਾ, ਉਹ ਵੀ ਕੱਟਿਆ ਗਿਆ। ਜੰਮਣ ਮਰਨ ਦਾ ਦੁੱਖ ਇਹ ਬਹੁਤ ਵੱਡਾ ਪਿਆਰਿਓ, ਜਦ ਜੰਮਣ ਮਰਨ ਦਾ ਦੁੱਖ ਕੱਟਿਆ ਗਿਆ, ਉਸ ਪਰਮੇਸ਼ਰ ਦੇ ਨਾਲ ਇੱਕ ਮਿਕਤਾ ਹੋ ਗਈ। ਉਹ ਸਿੱਖ, ਉਹ ਪ੍ਰਭੂ ਦਾ ਪਿਆਰਾ ਉਸੇ ਦੇ ਵਿੱਚ ਸਮਾ ਜਾਂਦਾ ਜਿਸ ਦਾ ਜਨਮ ਮਰਨ ਕੱਟਿਆ ਜਾਂਦਾ ਹੈ। ਅੰਦਰੋਂ ਦੁਰਮਤ ਦੂਜੇ ਖੋਏ, ਸੋ ਜਨ ਹਰਿ ਲਿਵ ਲਾਗਾ। ਉਹਦੇ ਅੰਦਰੋਂ ਮਾਲਕ ਭੈੜੀ ਮਤ ਹੈ ਜਿਹੜੀ ਸਾਨੂੰ ਮਾਇਆ ਵਾਲੇ ਪਾਸੇ ਜਿਹੜੀ ਲਿਜਾਂਦੀ ਹੈ ਮਤ, ਖੋਟੀ ਮਤ ਹੈ, ਉਹ ਪਾਸੇ ਹੋ ਜਾਂਦੀ ਹੈ। ਸੋ ਜਨ ਹਰਿ ਲਿਵ ਲਾਗਾ, ਉਹ ਮਾਲਕ ਦੀ ਚਰਨਾਂ ਦੇ ਨਾਲ ਜੁੜ ਜਾਂਦਾ, ਜਿਹਦੇ ਅੰਦਰੋਂ ਖੋਟੀ ਮਤ ਖਤਮ ਹੋ ਜਾਂਦੀ ਹੈ, ਦੂਰ ਹੋ ਜਾਂਦੀ ਹੈ। ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਨ ਦਾ ਇਹੋ ਹੀ ਪਿਆਰਿਓ ਫਾਇਦਾ ਹੈ ਕਿ ਜਿਹੜੀ ਸਾਡੀ ਮਤ ਹੈ ਨਾ, ਉਹ ਵਾਹਿਗੁਰੂ ਚੰਗੀ ਬਣਾ ਦਿੰਦਾ। ਸਤਿਗੁਰੂ ਦੇ ਵੱਸ ਹੈ ਸਾਰਾ ਕੁਝ। ਮਤ ਸਮਤ ਤੇਰੇ ਵਸ ਸੁਆਮੀ, ਅਮ ਜੰਤ ਤੁਮ ਪੁਰਖ ਜੰਤੈ ਨੀ। ਮਨ ਰੇ ਕੌਣ ਕੁਮਤ ਤੈ ਦੀਨੇ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਮੁਕਤ ਪੰਥ ਜਾਣਿਓ ਤੈ ਨਾਹਨ, ਤਨ ਜੋਰਨ ਕੋ ਤਾਇਆ। ਅੰਤ ਸੰਗ ਕਾਹੋ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਹਰਿ ਭਜਿਓ ਨਾ ਗੁਰ ਜਨ ਸੇਵਿਓ, ਨਹੀਂ ਉਪਜੋ ਕਛ ਗਿਆਨਾ। ਘਟ ਹੀ ਮਾਹੇ ਨਰੰਜਨ ਤੇਰੇ, ਤੈਂ ਖੋਜਤ ਉਧਿਆਨਾ। ਬਹੁਤ ਜਨਮ ਪਰਮਤ ਤੈਂ ਹਾਰਿਓ, ਅਸਥਿਰ ਮਤ ਨਹੀਂ ਪਾਈ। ਕਿੰਨਿਆਂ ਜਨਮਾਂ ਤੋਂ ਭਟਕਦਾ ਆ ਰਿਹਾ, ਪਰ ਹਾਲੀ ਤੱਕ ਸਥਿਰ ਮਤ ਨਹੀਂ ਪ੍ਰਾਪਤ ਹੋਈ। ਤੇ ਵਾਹਿਗੁਰੂ ਜਦੋਂ ਕਿਰਪਾ ਕਰ ਦਿੰਦਾ, ਅੰਦਰੋਂ ਦੁਰਮਤ ਦੂਜੀ ਖੋਈ, ਭੈੜੀ ਮਤ ਸਾਰੀ ਖਤਮ ਹੋ ਜਾਂਦੀ ਹੈ। ਸੋ ਜਨ ਹਰਿ ਲਿਵ ਲਾਗਾ, ਉਹ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ। ਉਹ ਪਿਆਰਾ ਉਸ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ। ਜਿਨ ਕੋ ਕਿਰਪਾ ਕੀਨੀ ਮੇਰੇ ਸੁਆਮੀ, ਤਿਨ ਅਨ ਦਿਨ ਹਰਿ ਗੁਣ ਗਾਏ। ਜਿਨ੍ਹਾਂ ਨੂੰ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ, ਜਿਨ ਕੋ ਕਿਰਪਾ ਕੀਨੀ ਮੇਰੇ ਸੁਆਮੀ, ਮੇਰੇ ਵਾਹਿਗੁਰੂ ਨੇ ਜਿਨ੍ਹਾਂ ਦੀ ਕਿਰਪਾ ਕਰ ਦਿੱਤੇ, ਤਿਨ ਅਨ ਦਿਨ ਹਰ ਗੁਣ ਗਾਏ। ਉਹ ਹਰ ਵੇਲੇ ਉਸ ਮਾਲਕ ਦੇ ਚਿੰਤਨ ਦੇ ਵਿੱਚ ਜੁੜ ਜਾਂਦੇ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੇ। ਨਾਨਕ ਲੀਨ ਪਾਇਓ ਗੋਬਿੰਦ ਸਿਓ, ਜੋ ਪਾਣੀ ਸੰਗ ਪਿਆਨ। ਜਿਸ ਦੀ ਮਾਲਕ ਬਖਸ਼ਿਸ਼ ਕਰ ਦਿੰਦਾ ਹੈ, ਜਿਨ ਕੋ ਕਿਰਪਾ ਕੀਨੀ ਮੇਰੇ ਸੁਆਮੀ, ਤਿਨ ਅਨ ਦਿਨ ਹਰ ਗੁਣ ਗਾਏ। ਉਹ ਹਰ ਵੇਲੇ ਵੀ ਪਰਮੇਸ਼ਰ ਦੇ ਗੁਣਾਂ ਦੇ ਵਿੱਚ ਲੱਗ ਜਾਂਦਾ ਹੈ। ਉਹ ਹਰ ਵੇਲੇ ਪਰਮੇਸ਼ਰ ਦੀ ਬਾਣੀ ਨੂੰ ਗਾਇਨ ਕਰਦਾ ਹੈ। ਪਿਆਰਿਓ, ਸੁਣਦਾ ਵੀ ਪਰਮੇਸ਼ਰ ਦੀ ਬਾਣੀ ਹੈ ਤੇ ਗਾਉਂਦਾ ਵੀ ਪਰਮੇਸ਼ਰ ਦੀ ਬਾਣੀ ਹੈ। ਹਰ ਵੇਲੇ ਜੁੜ ਜਾਂਦਾ ਹੈ। ਸੁਣ ਮਨ ਪੀਨੇ ਸਹਿਜ ਸੁਭਾਈ। ਐ ਮੇਰੇ ਮਨਾ ਸੁਣ, ਜੇ ਤੂੰ ਪਰਮੇਸ਼ਰ ਦਾ ਨਾਮ ਸੁਣੇਗਾ ਨਾ, ਤੈਨੂੰ ਆਨੰਦ ਬਣ ਜਾਵੇਗਾ। ਤੂੰ ਰਸ ਦੇ ਵਿੱਚ ਆ ਜਾਵੇਗਾ, ਤੇਰਾ ਮਨ ਭਿੱਜ ਜਾਵੇਗਾ। ਜਦੋਂ ਵਾਹਿਗੁਰੂ ਦੇ ਰੰਗ ਦੇ ਵਿੱਚ ਪਿਆਰਿਓ ਰੰਗਿਆ ਜਾਂਦਾ ਹੈ, ਇਹ ਮਨੁੱਖ ਉਸ ਆਤਮਿਕ ਆਨੰਦ ਦੇ ਵਿੱਚ ਭਿੱਜ ਜਾਂਦਾ ਹੈ। ਜਿਹੜਾ ਆਤਮਿਕ ਆਨੰਦ ਜਿਸ ਨੂੰ ਆ ਜਾਂਦਾ, ਉਹ ਵਾਹਿਗੁਰੂ ਦੇ ਨਾਲ ਸਦੀਵ ਕਾਲ ਵਾਸਤੇ ਜੁੜ ਜਾਂਦਾ ਹੈ। ਪਿਆਰਿਓ, ਆਨੰਦਿਤ ਹੋ ਜਾਂਦੇ ਨੇ ਉਹ। ਜਿਵੇਂ ਕਹਿੰਦੇ ਇੱਕ ਵਾਰੀ ਅਸਾਮ ਦੇ ਵਿੱਚ ਬਹੁਤ ਸਾਰੇ ਸਾਧੂਆਂ ਦਾ ਇਕੱਠ ਹੋਇਆ, ਬਹੁਤ ਸਾਰੇ ਸਾਧੂਆਂ ਦਾ ਇਕੱਠ ਹੋਇਆ, ਤੇ ਉਹ ਦਿਨ ਉਹਨਾਂ ਦੇ ਵਿੱਚ ਨਾਗੇ ਸਾਧੂ ਵੀ ਸਨ। ਉਹ ਕਹਿੰਦੇ ਕਿ ਹੁਣ ਦੇ ਸਮੇਂ ਦੇ ਵਿੱਚ ਕਿਹੜਾ ਕੋਈ ਵਿਵੇਕ ਵਾਲਾ ਹੈ, ਜਿਹੜਾ ਕੋਈ ਆਤਮਿਕ ਆਨੰਦ ਦੇ ਵਿੱਚ ਟਿਕਿਆ ਹੋਇਆ, ਕੋਈ ਐਸਾ ਸਾਧੂ ਕਿਹੜਾ ਹੈ। ਅਸਾਮ ਦੇ ਵਿੱਚ
ਇਹ ਸਾਧੂਆਂ ਦੀ ਚਰਚਾ ਹੋ ਰਹੀ। ਕਹਿੰਦੇ ਹੁਣ ਦੇ ਸਮੇਂ ਦੇ ਵਿੱਚ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਹਰਖੋਵਾਲ ਵਾਲੇ, ਉਹਨਾਂ ਦੀ ਮਾਲਕ ਦੀ ਬੜੀ ਕਿਰਪਾ ਹੈ, ਬੜੀ ਬਖਸ਼ਿਸ਼ ਹੈ। ਉਹ ਵਿਵੇਕ ਬੁੱਧ ਵਿੱਚ ਟਿਕੇ ਹੋਏ ਹਨ। ਉਹਨਾਂ ਨੂੰ ਚੰਗੇ ਮਾੜੇ ਦੀ ਪਰਖ ਹੈ, ਆਤਮਿਕ ਆਨੰਦ ਦੇ ਵਿੱਚ ਉਹ ਟਿਕੇ ਹੋਏ ਨੇ। ਉਹ ਟਿਕੇ ਹੋਏ ਨੇ। ਇੱਕ ਨਾਗਾ ਸਾਧੂ ਕਹਿੰਦਾ, ਮੈਂ ਇਸ ਗੱਲ ਨੂੰ ਨਹੀਂ ਮੰਨਦਾ। ਕਹਿੰਦੇ ਜਿਤਨੀ ਦੇਰ ਤੱਕ ਵੇਖ ਨਾ ਲਈਏ ਉਤਨੀ ਦੇਰ ਤੱਕ ਯਕੀਨ ਕੋਈ ਨਹੀਂ ਆਉਂਦਾ। ਜਿਤਨੀ ਦੇਰ ਤੱਕ ਮੈਂ ਵੇਖ ਨਾ ਲਵਾਂ ਮੈਂ ਯਕੀਨ ਨਹੀਂ ਕਰਦਾ। ਉਹ ਨਾਗਾ ਸਾਧੂ ਕਹਿੰਦੇ ਅਸਾਮ ਤੋਂ ਚੱਲਿਆ, ਅਸਾਮ ਤੋਂ ਚੱਲਿਆ ਹੁਸ਼ਿਆਰਪੁਰ ਆ ਕੇ ਉਸਨੇ ਹਰਖੋਵਾਲ ਮਹਾਂਪੁਰਸ਼ਾਂ ਦਾ ਜਿਹੜਾ ਡੇਰਾ ਹੈ, ਬਾਰ-ਬਾਰ ਹੈ ਪਿਆਰੂ, ਗੜ੍ਹ ਸ਼ੰਕਰ ਰੋਡ ਦੇ ਉੱਤੇ ਸ਼ਾਇਦ, ਉੱਥੇ ਕਹਿੰਦੇ ਆ ਗਿਆ। ਹੁਸ਼ਿਆਰਪੁਰ ਤੋਂ ਬੱਸ ਲੈ ਕੇ ਇੱਥੇ ਪਹੁੰਚ ਗਿਆ ਤੇ ਆ ਕਰਕੇ ਪੁੱਛਦਾ ਸੇਵਾਦਾਰ ਨੂੰ ਕਿਸੇ ਨੂੰ, ਕਹਿੰਦੇ ਬਾਬਾ ਜਵਾਲਾ ਸਿੰਘ ਕਿੱਥੇ? ਕਹਿੰਦੀ ਉਹ ਬਾਹਰ ਨੂੰ ਗਏ ਨੇ। ਕਹਿੰਦੇ ਬਾਹਰ ਨੂੰ ਗਏ, ਜੰਗਲ ਲਾਗੇ ਬਹੁਤ ਹੈ ਉੱਥੇ। ਕਹਿੰਦੇ ਉਹ ਜੰਗਲ ਵਾਲੇ ਪਾਸੇ ਨੂੰ ਗਏ ਨੇ। ਕਹਿੰਦੀ ਕਿਸ ਪਾਸੇ ਨੂੰ? ਜਦੋਂ ਦੱਸਿਆ ਕਹਿੰਦੇ ਇਸ ਪਾਸੇ ਨੂੰ ਗਏ ਨੇ। ਕੀ ਵੇਖਦੇ ਕਿ ਬਾਬਾ ਜਵਾਲਾ ਸਿੰਘ ਜੀ ਘਾਹ ਦੇ ਉੱਤੇ ਵਿਸ਼ਰਾਮ ਕਰ ਰਹੇ, ਉੱਪਰ ਇੱਕ ਚਾਦਰ ਲਈ ਹੋਈ ਤੇ ਲਾਗੇ ਸੇਵਾਦਾਰ ਵੀ ਹੈ। ਸੇਵਾਦਾਰ ਇੱਕ ਉਸ ਨੂੰ ਨਾਗਾ ਸਾਧੂ ਜਾ ਕੇ ਪੁੱਛਦਾ, ਇਹ ਬਾਬਾ ਜਵਾਲਾ ਸਿੰਘ ਜੀ ਨੇ? ਕਹਿੰਦੇ ਹਾਂ ਬਾਬਾ ਜਵਾਲਾ ਸਿੰਘ। ਕਹਿੰਦੇ ਫਿਰ ਉਸ ਨੂੰ 2-3 ਵਾਰੀ ਪੁੱਛਿਆ, ਕੋਈ ਹੋਰ ਤਾਂ ਨਹੀਂ ਲੰਮਾ ਪਿਆ ਹੋਇਆ, ਘਾਹ ਦਾ ਵਿਛਾਉਣਾ ਕੀਤਾ ਹੋਇਆ, ਘਾਹ ਦੇ ਉੱਤੇ ਚਾਦਰ ਲੈ ਕੇ ਧੁੱਪੇ ਪਏ ਹੋਏ? ਕਹਿੰਦੇ ਹਾਂ ਬਾਬਾ ਜਵਾਲਾ ਸਿੰਘ ਜੀ ਹਨ। ਕਹਿੰਦੇ ਉਹ ਜਿਹੜਾ ਨਾਗਾ ਸਾਧੂ ਸੀ ਉਹਨੇ ਕਹਿੰਦੇ ਛਾਤੀ ਤੇ ਪੈਰ ਮਾਰਿਆ, ਪੈਰ ਮਾਰਿਆ ਤੇ ਜਿਸ ਵੇਲੇ ਸੰਤ ਬਾਬਾ ਜਵਾਲਾ ਸਿੰਘ ਜੀ ਨਿਮਰਤਾ ਪਿਆਰਿਓ ਕਿਤਨੀ। ਹੁਣ ਇੱਕ ਆਦਮੀ ਕੋਈ ਲੱਤ ਮਾਰੇ ਕੱਢ ਕੇ ਤੇ ਦੂਸਰਾ ਉਹਦੇ ਚਰਨਾਂ ਨੂੰ ਫੜ ਲਵੇ, ਵੇਖਿਆ ਨਹੀਂ ਹਲੇ, ਚਾਦਰ ਮੂੰਹ ਤੋਂ ਪਾਸੇ ਨਹੀਂ ਕੀਤੀ ਤੇ ਚਰਨਾਂ ਨੂੰ ਫੜ ਲਿਆ, ਚਰਨਾਂ ਨੂੰ ਫੜ ਲਿਆ। ਕਹਿੰਦੇ ਮੇਰੇ ਕੋਲੋਂ ਗਲਤੀ ਹੋਈ, ਮੇਰੇ ਕੋਲੋਂ ਅਵਗਿਆ ਹੋਈ ਹੈ। ਕਹਿੰਦੇ ਮੈਨੂੰ ਚਾਹੀਦਾ ਸੀ ਜੇ ਤੁਸੀਂ ਆਏ ਹੋ ਤੇ ਮੈਂ ਉੱਠ ਕੇ ਖੜਾ ਹੁੰਦਾ, ਤੁਹਾਡਾ ਸਤਿਕਾਰ ਕਰਦਾ। ਕਹਿੰਦੇ ਇਹ ਤੁਸੀਂ ਕੀਤਾ ਜਾਓ, ਠੀਕ ਕੀਤਾ ਹੈ। ਕਹਿੰਦੇ ਉਹ ਸਾਧੂ ਰੋਣ ਲੱਗ ਪਿਆ, ਉਹ ਸਾਧੂ ਰੋਣ ਲੱਗ ਪਿਆ। ਕਹਿੰਦੇ ਮੈਂ ਅਸਾਮ ਦੀ ਧਰਤੀ ਤੋਂ ਕਹਿੰਦੇ ਆਇਆ ਸੀ ਇਹੋ ਚੀਜ਼ ਵੇਖਣ ਵਾਸਤੇ, ਪਰ ਮੇਰਾ ਕਹਿੰਦੇ ਹੁਣ ਮੈਨੂੰ ਯਕੀਨ ਹੋ ਗਿਆ ਕਿ ਤੁਹਾਡੇ ਅੰਦਰ ਵਿਵੇਕ ਵੀ ਹੈ ਤੇ ਸਹਿਣ ਦੀ ਸ਼ਕਤੀ ਵੀ ਹੈ। ਕਿਤਨੇ ਆਨੰਦ ਦੇ ਵਿੱਚ ਤੁਸੀਂ ਟਿਕੇ ਹੋਏ ਨੇ ਪਿਆਰਿਓ। ਜਿਹੜੇ ਪ੍ਰਭੂ ਦੇ ਪਿਆਰੇ ਨੇ, ਬੰਦਗੀ ਵਾਲੇ ਨੇ, ਉਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ। ਭਾਈ ਸੁਥਰਾ ਜੀ ਦੇ ਪਿਆਰਿਓ ਚੋਰ ਆਏ ਤੇ ਚੋਰਾਂ ਨੇ ਕੀ ਕੀਤਾ ਕਿ ਜਿਤਨਾ ਸਮਾਨ ਸੀ ਉਹਨਾਂ ਦਾ ਸਾਰਾ ਲੁੱਟ ਲਿਆ, ਜਿਤਨਾ ਸਮਾਨ ਸੀ ਸਾਰਾ ਲੁੱਟ ਲਿਆ। ਜਿਸ ਵੇਲੇ ਸਮਾਨ ਲੁੱਟ ਲਿਆ ਤੇ ਭਾਈ ਸੁਥਰਾ ਜੀ ਕਹਿੰਦੇ ਨੱਚਣ ਲੱਗ ਪਏ, ਨੱਚਣ ਲੱਗ ਪਏ। ਹੁਣ ਚੋਰ ਆਖਦੇ ਨੇ ਅਸੀਂ ਇਹਦਾ ਸਾਰਾ ਸਮਾਨ ਚੁੱਕ ਲਿਆ ਤੇ ਇਹ ਨੱਚਣ ਲੱਗ ਪਿਆ। ਭਾਈ ਸੁਥਰੇ ਨੂੰ ਕਹਿੰਦੇ ਤੁਸੀਂ ਨੱਚ ਕਿਉਂ ਰਹੇ ਹੋ? ਤੁਹਾਡਾ ਮੈਂ ਸਮਾਨ ਚੁੱਕਿਆ ਤੇ ਤੁਸੀਂ ਨੱਚਣਾ ਸ਼ੁਰੂ ਕਰ ਦਿੱਤਾ, ਤੁਹਾਡਾ ਅਸੀਂ ਸਮਾਨ ਚੁੱਕਿਆ ਤੇ ਤੁਸੀਂ ਨੱਚਣਾ ਸ਼ੁਰੂ ਕਰ ਦਿੱਤਾ। ਕਹਿੰਦੇ ਨੱਚ ਮੈਂ ਇਸ ਕਰਕੇ ਰਿਹਾ ਕਿ ਆਹ ਜਿਹੜੀ ਕੋਪੀਨ ਮੈਂ ਆਪਣੇ ਉੱਤੇ ਲਈ ਹੋਈ ਆ, ਇਹ ਚੀਜ਼ ਨਹੀਂ ਤੁਸੀਂ ਖੋਈ। ਮੈਂ ਖੁਸ਼ ਇਸ ਕਰਕੇ ਹਾਂ, ਮੈਂ ਸ਼ੁਕਰਾਨਾ ਕਰਦਾ ਉਸ ਮਾਲਕ ਦਾ ਕਿ ਆਹ ਜਿਹੜੀ ਮੇਰੇ ਕੋਲ ਕੋਪੀਨ ਸੀ ਇਹ ਤਾਂ ਨਹੀਂ ਤੁਸੀਂ ਖੋਈ। ਜੇ ਇਹ ਵੀ ਖੋ ਲੈਂਦੇ ਤੇ ਮੈਂ ਨੰਗ ਤੜੰਗਾ ਹੋ ਜਾਂਦਾ। ਮੈਂ ਖੁਸ਼ ਇਸ ਕਰਕੇ ਹਾਂ ਜਿਹੜਾ ਤੁਸੀਂ ਸਮਾਨ ਲੁੱਟਿਆ ਨਾ, ਇਹ ਤੇ ਕਹਿੰਦੇ ਮੁੜ ਕੇ ਬਣ ਜਾਣਾ, ਇਹ ਤੇ ਮੁੜ ਕੇ ਆ ਜਾਵੇਗਾ। ਸਮਾਨ ਪੈਦਾ ਕੀਤਾ ਜਾ ਸਕਦਾ ਹੈ, ਪਰ ਜੇ ਤੁਸੀਂ ਮੇਰੀ ਕੋਪੀਨ ਲੈ ਜਾਂਦੇ ਫਿਰ ਮੈਂ ਨੰਗਾ ਹੋ ਜਾਂਦਾ, ਫਿਰ ਮੈਨੂੰ ਦੁੱਖ ਜ਼ਰੂਰ ਮਹਿਸੂਸ ਹੁੰਦਾ। ਤੇ ਜਿਹੜੇ ਪ੍ਰਭੂ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ ਪਿਆਰਿਓ, ਸੁਣ ਮਨ ਪੀਨੇ ਸਹਿਜ ਸੁਭਾਈ, ਪ੍ਰਭੂ ਦੇ ਰੰਗ ਵਿੱਚ ਆਤਮਿਕ ਆਨੰਦ ਦੇ ਵਿੱਚ ਟਿਕ ਗਏ, ਉਹਨਾਂ ਨੂੰ ਰਸ ਆ ਜਾਂਦਾ ਹੈ। ਆਤਮਿਕ ਆਨੰਦ ਦੇ ਵਿੱਚ ਉਹ ਟਿਕ ਜਾਂਦੇ ਨੇ। ਜੁਗ ਮੈਂ ਰਾਮ ਨਾਮ ਨਿਸਤਾਰਾ। ਇਸ ਜਗਤ ਦੇ ਵਿੱਚ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਪਿਆਰਿਓ ਇੱਕੋ ਇੱਕ ਜ਼ਰੀਆ ਹੈ, ਕਿਹੜਾ? ਪਰਮੇਸ਼ਰ ਦਾ ਨਾਮ। ਹਰ ਜਪਦਿਆਂ ਖਿਨ ਢਿਲ ਨਾ ਕੀਜੈ ਮੇਰੀ ਜੰਦੜੀਏ,
ਮਤ ਕੇ ਜਾਪੈ ਸਾ ਆਵੇ ਕਿ ਨਾ ਆਵੇ ਰਾਮ। ਦੁਗਮੈ ਰਾਮ ਨਾਮ ਨਿਸਤਾਰਾ, ਇੱਕੋ ਇੱਕ ਜ਼ਰੀਆ ਹੈ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ। ਜਿਹੜਾ ਵੀ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਵੇਗਾ ਪਿਆਰਿਓ, ਉਹ ਸੰਸਾਰ ਸਮੁੰਦਰ ਤੋਂ ਅਵਸ਼ ਹੀ ਪਾਰ ਹੋ ਜਾਵੇਗਾ। ਗੁਰ ਤੇ ਉਪਜੈ ਸ਼ਬਦ ਵਿਚਾਰਾ, ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ, ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਂਦਾ, ਉਹ ਜਦੋਂ ਸ਼ਬਦ ਦੀ ਵਿਚਾਰ ਕਰਦਾ ਤੇ ਪਿਆਰਿਓ ਉਸ ਨੂੰ ਆਨੰਦ ਆਉਂਦਾ ਹੈ। ਉਹ ਗੁਰੂ ਦੀ ਵਿਚਾਰ ਦੇ ਨਾਲ ਜੁੜ ਜਾਂਦਾ। ਗੁਰੂ ਬਖਸ਼ਿਸ਼ ਕੀ ਕਰਦਾ ਹੈ, ਪਹਿਲੋਂ ਆਪਣੇ ਸਿੱਖ ਨੂੰ ਸ਼ਬਦ ਦਿੰਦਾ ਹੈ, ਸ਼ਬਦ ਦੇ ਨਾਲ ਜੋੜ ਦਿੰਦਾ। ਜਿਹੜਾ ਸਿੱਖ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਂਦਾ ਪਿਆਰਿਓ, ਉਹ ਫਿਰ ਸ਼ਬਦ ਦੀ ਵਿਚਾਰ ਕਰਦਾ, ਸ਼ਬਦ ਦੇ ਗੋਹਜ ਭਾਵ ਨੂੰ ਵੇਖਦਾ ਹੈ। ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੋ ਪਾਇ। ਜਿਹੜਾ ਫਿਰ ਗੁਰੂ ਦੀ ਸ਼ਬਦ ਵਿਚਾਰ ਕਰਦਾ, ਉਹਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਣਾ ਸ਼ੁਰੂ ਹੋ ਜਾਂਦਾ, ਉਹਨੂੰ ਪਰਮੇਸ਼ਰ ਦਾ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਜਾਂਦਾ। ਜਿਸ ਕਿਰਪਾ ਕਰੇ ਸੋ ਪਾਏ। ਹੁਣ ਵਾਹਿਗੁਰੂ ਜਿਸ ਤੇ ਕਿਰਪਾ ਕਰੇਗਾ, ਪਹਿਲੋਂ ਉਹਨੂੰ ਸ਼ਬਦ ਦੀ ਬਖਸ਼ਿਸ਼ ਕਰੇਗਾ, ਸ਼ਬਦ ਦੇ ਨਾਲ ਜੋੜ ਦੇਵੇਗਾ। ਤੇ ਜਦੋਂ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਗਿਆ, ਫਿਰ ਪਰਮੇਸ਼ਰ ਦਾ ਨਾਮ ਉਸ ਨੂੰ ਪਿਆਰਾ ਲੱਗਣਾ ਸ਼ੁਰੂ ਹੋ ਜਾਂਦਾ। ਕਿਉਂਕਿ ਗੋਹਜ ਭਾਵ ਜੋ ਸ਼ਬਦ ਦੇ ਵਿੱਚ ਹੈ, ਉਸ ਦੀ ਬਾਰੇ ਪਤਾ ਲੱਗ ਜਾਂਦਾ। ਫਿਰ ਪਰਮੇਸ਼ਰ ਦਾ ਨਾਮ ਉਸ ਨੂੰ ਮਿੱਠਾ ਲੱਗਦਾ ਹੈ, ਕਿਉਂਕਿ ਸਤਿਗੁਰੂ ਦੀ ਬਾਣੀ ਸਾਰੀ ਮਿੱਠੀ ਹੈ। ਮਿੱਠ ਬੋਲੜਾ ਜੀ ਅਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥਕੇ ਜੇ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨ ਜਾਣੇ ਪੂਰਨ ਭਗਵਾਨੇ, ਔਗਣ ਕੋ ਨ ਚਿਤਾਰ। ਪਤਤ ਪਾਵਨ ਹਰ ਬਿਰਦ ਸਦਾਰ, ਇਕ ਤਿਰ ਨਹੀਂ ਪੰਨੇ ਕਾਲੇ। ਘਟ ਘਟ ਵਾਸੀ ਸਰਬ ਨਿਵਾਸੀ, ਨੇਰੇ ਹੀ ਤੇ ਨੇਰਾ। ਨਾਨਕ ਦਾਸ ਸਦਾ ਸਰਣਾਗਤ, ਹਰਿ ਅੰਮ੍ਰਿਤ ਸਜਣ ਮੇਰਾ। ਉਹ ਮਿੱਠਾ ਬੋਲਦਾ, ਕੌੜਾ ਬੋਲਦਾ ਹੀ ਨਹੀਂ। ਸਤਿਗੁਰੂ ਕਹਿੰਦੇ ਕੌੜਾ ਬੋਲ ਨਾ ਜਾਣੇ, ਕੌੜਾ ਬੋਲਣਾ ਜਾਣਦਾ ਹੀ ਕੋਈ ਨਹੀਂ। ਪੂਰਨ ਭਗਵਾਨ ਹੈ, ਔਗਣ ਕੋ ਨਾ ਚਿਤਾਰੀ। ਸਾਡੇ ਔਗਣਾਂ ਵੱਲ ਨਹੀਂ ਵੇਖਦਾ ਪਿਆਰਾ। ਸਾਡੇ ਵਿੱਚ ਕਿਤਨੇ ਔਗਣ ਨੇ ਭਰੇ ਹੋਏ, ਸਾਡੇ ਔਗਣਾਂ ਵੱਲ ਵੇਖਣ ਲੱਗੇ ਤੇ ਪਿਆਰਿਓ ਫਿਰ ਤੇ ਅਸੀਂ ਬਖਸ਼ੇ ਨਹੀਂ ਜਾ ਸਕਦੇ। ਔਗਣ ਕੋ ਨਾ ਚਿਤਾਰੇ, ਤੇ ਕਹਿੰਦੇ ਉਸ ਨੂੰ ਕੀ ਨੇ? ਪਤਿਤ ਪਾਵਨ ਹਰ ਬਿਰਦ ਸਦਾਏ। ਕਹਿੰਦੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਉਹਦਾ ਸੁਭਾਅ ਕਹਿੰਦੇ ਇਸ ਤਰ੍ਹਾਂ ਦਾ, ਪਤਿਤ ਪਾਵਨ ਹਰ ਬਿਰਦ ਸਦਾਏ। ਇੱਕ ਤਿਲ ਨਹੀਂ ਪੰਨੇ ਕਾਲੇ। ਤਿਲ ਜਿਹਨੇ ਕੀਤੀ ਹੋਈ ਕਿਸੇ ਦੀ ਸੇਵਾ ਪਿਆਰਿਓ ਅਜ਼ਾਈ ਨਹੀਂ ਜਾਣ ਦਿੰਦਾ। ਤਿਲ ਜਿਹਨੇ ਕੀਤੀ ਹੋਈ, ਥੋੜੀ ਜੀ ਸੇਵਾ ਕੀਤੀ ਹੋਈ, ਅਜ਼ਾਈ ਨਹੀਂ ਜਾਣ ਦਿੰਦਾ। ਘਟ ਘਟ ਵਾਸੀ ਸਰਬ ਨਿਵਾਸੀ, ਨੇਰੇ ਹੀ ਤੇ ਨੇਰਾ। ਫਿਰ ਹਰ ਇੱਕ ਦੇ ਵਿੱਚ ਵਸਿਆ ਹੋਇਆ। ਘਟ ਘਟ ਵਾਸੀ ਜ਼ਰਰੇ ਜ਼ਰਰੇ ਦੇ ਵਿੱਚ, ਸਰਬ ਨਿਵਾਸੀ ਨੇਰੇ ਹੀ ਤੇ ਨੇਰਾ। ਬਹੁਤ ਨੇੜੇ ਤੋਂ ਨੇੜਾ ਹੈ, ਬਹੁਤ ਹੀ ਨੇੜੇ ਕਹਿ ਰਵਿਦਾਸ।